सतनाम वाहिगुरु साहिब जी। कोई बोले राम राम, कोई खुदाए, कोई सेवे गुसैया, कोई अलाए कारण करन करीम, कृपा धार रहीम। कोई नावे तीरथ, कोई हज जाए, कोई करे पूजा, कोई सिर नवाए, कोई पढ़े वेद, कोई कतेब, कोई ओढ़े नील, कोई सफेद, कोई कहे तुर्क, कोई कहे हिंदू, कोई बाछे बिस्तर, कोई सरबिंदु। कहो नानक जिन हुक्म पछाता, रब साहिब का तिन भेद जाता। पतत पावन भगत वच्छल, कृपा निदान सर्व कला समरथ। खंडा ब्रह्मंडा दे मालक, जुगो जुग टल वालीए कुल आलम। गरीब नवाज सच्चा पातशाह, शब्द गुरु जगत गुरु, ज्ञान दा सागर गुरु, धन गुरु श्री गुरु ग्रंथ साहिब जी महाराज जी अपार बख्शिश रहमत होई। आपां नूं अमृत वेले दा जागना, इशनान नामदान सेवा सिमरन, अमृत वेले दे नितनेम, अमृत वेले दे दीवान दी हाजरी भरन दा सुभाग प्राप्त होया। आपां वडभागी हाँ जो लड़ीवार कथा विचार धन धन साहिब श्री गुरु ग्रंथ साहिब जी महाराज की मुढ़ बाणी, नितनेम की मुढ़ बाणी जपजी साहिब जी की विचार सरवण कर रहे हैं। अज सतगुरु सच्चे पातशाह जी सानू जो समझाउणा करते हैं, साहिब जी का फरमान है, अंत न सिफती कहन न अंत, अंत न करने देन न अंत। रब दियां सिफतां करदियां जिंदगी निकल जावे, हज़ारां जन्म लैके ते हर जन्म विच उस वाहिगुरू जी दियां सिफतां करदा रहे। महाराज कहंदे फिर भी उहदा अंत नहीं पाया जा सकदा, कहन नाल नहीं अंत पाया जा सकदा, करन नाल नहीं अंत पाया जा सकदा, दान पुण्य करन नाल अंत नहीं पाया जा सकदा। एक तो एक दानू बैठा, दान करन वालियां दे विच ਇਹੋ ਜਿਹੇ ਦਾਨੀ बैठे ने, भगत रावण वर्गे ਜਿਹੜੇ अपने सिर ਵੱਢ ਵੱਢ के भेंट करी जाते हैं। ਇਹੋ ਜਿਹੇ दानी बैठे ने रगरेटे गुरु के बेटे मजहबी सिख बाबा दीप सिंह वर्गे, जिन्हों ने अपना शीश गुरु के चरणों च भेंट कर दिता। महाराज कहते देन नाल अंत नहीं, एक तो एक बैठा दानी, अंत न वेखन सुनन न अंत, अंत न जापे क्या मन मंत। ये नेत्र जिहड़े ने बंदा अभ्यास करके सुरत दे नाल बड़ी दूर तक देख लैंदा, आल पताल दी गल देख लैंदा, पर महाराज कहंदे परमात्मा नूं नहीं देख सकदा, ਉਹਦਾ अंत नहीं देख सकता भी ਉਹਦਾ पसारा किड्डा है। ਕੰਨ ਜਿਹੜੇ ਨੇ ਅਭਿਆਸ ਕਰਕੇ ਤੇ ਲੱਖਾਂ ਮੀਲ ਦੂਰ ਦੀ ਗੱਲ ਨੂੰ ਸੁਣ ਲੈਂਦੇ। ਇਹਨਾਂ ਕੰਨਾਂ ਦੇ ਵਿੱਚ ਬੜੀ ਤਾਕਤ ਹੈ, ਅਸੀਂ ਅਭਿਆਸ ਨਹੀਂ ਕਰਦੇ। ਮਹਾਰਾਜ ਕਹਿੰਦੇ ਪਰ ਰੱਬ ਦਾ ਅੰਤ ਨਹੀਂ ਸੁਣ ਸਕਦਾ। ਇਹ ਕੰਨ ਥੱਕ ਜਾਂਦੇ ਨੇ, ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹ ਥੱਕ ਜਾਂਦੇ ਨੇ।
ਜਵਾਬ ਦੇ ਜਾਂਦੇ, ਖਤਮ ਹੋ ਜਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤ ਨਾ ਜਾਪੇ ਕਿਆ ਮਨ ਮੰਤ। ਉਹਦੇ ਮੰਤਰਾਂ ਦਾ ਅੰਤ ਨਹੀਂ ਹੈ, ਐ ਮਨ ਦਾ ਅੰਤ ਨਹੀਂ। ਮਨ ਦੀ ਗਹਿਰਾਈ ਕਿੰਨੀ ਹੈ, ਉਹਦੇ ਮੰਤਰਾਂ ਦਾ ਅੰਤ ਨਹੀਂ ਹੈ। ਕੋਈ ਵਾਹਿਗੁਰੂ ਮੰਤਰ ਜਪਦਾ, ਕੋਈ ਸਤਨਾਮ ਜਪਦਾ, ਕੋਈ ਖੁਦਾ ਅੱਲਾ ਅੱਲਾ ਜਪਦਾ। ਜਿੱਡਾ ਉਹ ਬੇਅੰਤ ਆ, ਉਹਦੇ ਮੰਤ ਆ। ਨਾ ਹੀ ਉਹਦੇ ਆਕਾਰ ਦਾ ਕੋਈ ਅੰਤ ਆ ਵੀ ਉਹਦਾ ਆਕਾਰ ਕਿੰਨਾ ਹੈ, ਕਿੱਥੋਂ ਤੱਕ ਉਹਦਾ ਪਸਾਰਾ ਹੈ, ਕੋਈ ਇਹਦਾ ਅੰਤ ਨਹੀਂ ਪਾ ਸਕਦਾ। ਮਹਾਰਾਜ ਕਹਿੰਦੇ, ਅੰਤ ਨਾ ਜਾਪੇ ਪਾਰਾਵਾਰ। ਉਹਦੇ ਪਾਰਾਵਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਕਰਨੇ ਅੰਤ ਕਾਰਨ ਕੀਤੇ ਬਿਨ ਲਾਹੇ, ਤਾਕੇ ਅੰਤ ਨ ਪਾਏ ਜਾਏ। ਉਹਦਾ ਅੰਤ ਪਾਉਣ ਵਾਸਤੇ ਜਿੰਨੇ ਲੱਗੇ ਹੋਏ ਨੇ ਦੂਰ ਦੂਰ ਤੱਕ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ, ਪਰਮਾਤਮਾ ਬੇਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਉਹਦਾ ਅੰਤ ਇੰਨਾ ਵੱਡਾ, ਜਿੰਨਾ ਵੱਡਾ ਕਵਾਂਗੇ ਉਹ ਉਸ ਤੋਂ ਵੀ ਜ਼ਿਆਦਾ ਵੱਡਾ, ਜਿੰਨਾ ਵੱਡਾ ਕਵਾਂਗੇ ਉਹ ਉਹਦੇ ਤੋਂ ਵੀ ਜ਼ਿਆਦਾ ਵੱਡਾ। ਬਹੁਤਾ ਕਹੀਏ ਬਹੁਤਾ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਉਹ ਵੱਡਾ ਹੈ, ਸਾਰਿਆਂ ਤੋਂ ਜਿਹੜੇ ਉੱਚੇ ਨੇ ਉਹਨਾਂ ਤੋਂ ਉੱਚਾ ਉਹਦਾ ਨਾਂ ਹੈ ਪਰਮਾਤਮਾ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਉਹਦੇ ਜਿੱਡਾ ਕੋਈ ਉੱਚਾ ਹੋਵੇ ਤੇ ਉਹ ਉਸ ਉੱਚੇ ਪਰਮਾਤਮਾ ਨੂੰ ਜਾਣ ਸਕਦਾ ਹੈ। ਉਹ ਜਾਣ ਲਵੇਗਾ ਰੱਬ ਕਿੰਨਾ ਉੱਚਾ ਹੈ। ਜੇਵੜ ਆਪ ਜਾਣੀ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜੇਵੜ ਆਪ, ਜਿੱਡਾ ਵੱਡਾ ਉਹ ਆਪ ਹੈ, ਜਾਣੇ ਆਪ, ਉਹ ਆਪ ਹੀ ਜਾਣਦਾ ਪਰਮਾਤਮਾ। ਉਹਦੇ ਅੰਤ ਨੂੰ ਤੇ ਅਸੀਂ ਪਾ ਨਹੀਂ ਸਕਦੇ, ਉਹਦੀਆਂ ਰਹਿਮਤਾਂ ਜ਼ਰੂਰ ਪਾ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਨਦਰੀ ਕਰਮੀ ਦਾਤ। ਉਹਦੀ ਰਹਿਮਤ ਤੇ ਨਜ਼ਰ ਦੇ ਪਾਤਰ ਬਣ ਜਾਈਏ। ਭਗਤ ਧੰਨਾ ਜੀ ਜਾਤ ਦਾ ਜੱਟ ਹੈ, ਘਰ ਦੇ ਹਾਲਾਤ ਬੜੇ ਪਤਲੇ ਆ, ਬੰਜਰ ਜ਼ਮੀਨ ਆ ਰਾਜਸਥਾਨ ਦੇ ਵਿੱਚ। ਗਾਵਾਂ ਮੱਝਾਂ ਚਾਰਦਾ ਏ ਤੇ ਜਦੋਂ ਇੱਕ ਮੰਦਰ ਦੇ ਲਾਗੋਂ ਦੀ ਲੰਘਦਾ, ਉਸ ਮੰਦਰ ਦਾ ਪੁਜਾਰੀ ਪੂਜਾ ਕਰਦਾ। ਉਸ ਪੁਜਾਰੀ ਦਾ ਨਾਮ ਹੈ ਭਗਤ ਤਰਲੋਚਨ। ਭਗਤ ਤਰਲੋਚਨ ਜੀ ਨੂੰ ਰੋਜ਼ ਠਾਕਰਾਂ ਦੀ ਪੂਜਾ ਕਰਦਿਆਂ ਦੇਖਦਾ ਹੈ। ਇੱਕ ਦਿਨ ਪੁੱਛਿਆ, ਪੰਡਤ ਜੀ ਇਹ ਪੱਥਰਾਂ ਨੂੰ ਧੋ ਧੋ ਕੇ ਕੀ ਕਰਦੇ ਹੋ? ਉਦੋਂ ਮੂਰਤੀ ਨਹੀਂ ਸੀ ਹੁੰਦੀ। ਗੰਡਕਾ ਨਦੀ ਹੈ ਅਸਾਮ ਦੇ ਵਿੱਚ ਵਗਦੀ, ਉਹਦੇ ਵਿੱਚੋਂ ਕਾਲਾ ਪੱਥਰ ਨਿਕਲਦਾ, ਕਾਲੇ ਰੰਗ ਦਾ। ਉਹਨੂੰ ਸਨਾਤਨ ਧਰਮ ਦੇ ਵਿੱਚ ਠਾਕਰ ਕਹਿੰਦੇ, ਕਾਲੇ ਪੱਥਰ ਨੂੰ। ਤੇ ਉਸ ਪੱਥਰ ਦੀ ਪੂਜਾ ਹੁੰਦੀ ਹੈ। ਧੰਨਿਆ ਇੰਜ ਨਹੀਂ ਬੋਲੀ ਦਾ, ਪੱਥਰ ਨਾ ਕਹਿ ਇਸ ਨੂੰ,
ਇਹ ਤੇ ठाकुर है, ठाकुर का इशनान कराईदा है ते इहदी पूजा करीदी है। जदों ये गल कही धन्ने का इंटरस्ट वध गया। भगत धन्ना जी अगे वध के होर पुछदे, कहंदे ठाकुरां दी पूजा कर ली? कहते जी हाँ। ते पूजा करन दा लाभ की, अर्थ की? भगत तरलोचन जी कहन लगे, धन्या ठाकुरां दी पूजा करिए ना ते ठाकुर प्रसन्न हो जाते। जदों प्रसन्न हो जाते हैं ना ते उदों दया दे घर च आउंदे, दया दे दयाल हो जाते। ते जदों दयाल हो जाता उदों फिर वर की मिलते हैं? आओ गुरु ग्रंथ साहिब जी नूं पुछिए। महाराज कहंदे सतगुर होए दयाल तां शरधा पूरी है। सतगुर होए दयाल ना कबहू झूरिए। सतगुर होए दयाल तां दुख ना जाणगे। जिन्हां ते दयाल होया उन्हें लगा दुख। रंबियां ने परखिया, तत्तियां तवियां ते बैठे, बंद बंद कटाले। तुहाडे वडेरियां दियां बुजुर्ग मातावां ने बच्चियां दे टोटे गलां च पवा ले, आंदरां दे गलां च हार पवा ले। सतगुर होए दयाल तां दुख न जाणगे। दुख नहीं फिर समझ विच। उंज ते बंदा अंबानी नूं पुछ लो, जिन्हें सारा देश खरीद लिया, वो भी कहेगा कोई हाल नहीं, बड़े बुरे आ, बड़े बुरे आ, बड़ी मारे हालत है, कुछ ना कुछ बड़े दुखी हैं। नानक दुखिया सब संसार। सुखी कौन आ? धन गुरु श्री गुरु ग्रंथ साहिब नूं पुछिया ते करिए। ये जिंदा गुरु आ। वर्ल्ड दे विच 7 अरब की आबादी है। 7 अरब आबादी दे विच तकरीबन 350 350 धर्म आ जिहड़ा मानता प्राप्त है। हर धर्म का एक ग्रंथ है। उस 350 ग्रंथां दे विचों इक्को एक धन गुरु श्री गुरु ग्रंथ साहिब आ जिन्हों वर्ल्ड दे विच जिंदा होने की मानता मिली है। प्रमाण की है? सबूत की है? गीता, बाइबल, कुरान, महाभारत, रामायण, होर भी जिहड़े धर्मां दे ग्रंथ हैं, इन्हां दे एक मरला भी जमीन रजिस्ट्री नहीं हो सकती इन्हां दे नाल, क्योंकि ये किताबां च गिने ग्रंथां च। इन्हां दे नाम कुछ भी रजिस्टर नहीं हो सकता। ते धन गुरु श्री गुरु ग्रंथ साहिब जी के नाम ते भावें सारा पंजाब रजिस्टर करा दिओ, ये सबूत। क्योंकि जिहड़ा मान लो असी किसी के नाम ते गड्डी लैनी है ते असी उहदे नाम ते रजिस्टर कराउणी है, जदों उत्थे असी देने आ सबूत ते ये कहने हैं जी आपका सर्टिफिकेट आ, वो मर चुका है, उहदे नाम नहीं चढ़ता कुछ, मरे दे नाम तो लथ जाता है, चढ़ता कुछ नहीं, पर जिंदा दे नाम चढ़ता है। ए गुरु ग्रंथ साहिब जी जिंदा है। इनू पुछया ते कर, गल्लां ते कर दे नाल, तेनू ना जवाब दवे फिर पिछे मर्जी तुरिया फिरी। जदों असीं पुछदे आ महाराज जे सुख लैना होवे ते की करिए, क्योंकि नानक दुखिया सब संसार। ते जे सुख लैना तो फिर की करिए महाराज दसो। ते धन गुरु श्री गुरु ग्रंथ साहिब जी महाराज जवाब देंदे ने, जो सुख को चाहे सदा सरन राम की ले। मिलिया ना जवाब भी जे सुख चाहिए तो रब की शरण विच जा। डिठा सब संसार
ਸੁਖ ਨਾ ਨਾਮ ਬਿਨ, ਨਾਮ ਤੋਂ ਬਿਨਾ ਕਿਤੇ ਸੁਖ ਨਹੀਂ। ਧੰਨਿਆ ਸਤਿਗੁਰ ਹੋਏ ਦਿਆਲ, ਤਾਂ ਦੁੱਖ ਨਾ ਜਾਣੀਏ। ਸਤਿਗੁਰ ਹੋਏ ਦਿਆਲ, ਤਾਂ ਹਰ ਰੰਗ ਮਾਣੀਏ। ਸਤਿਗੁਰ ਹੋਏ ਦਿਆਲ, ਤਾਂ ਜਮ ਕਾ ਡਰ ਕਿਹਾ। ਸਤਿਗੁਰ ਹੋਏ ਦਿਆਲ, ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਿਆਲ, ਤਾਂ ਨਾਮ ਨਿਧ ਪਾਈਐ। ਸਤਿਗੁਰ ਹੋਏ ਦਿਆਲ, ਤਾਂ ਸੱਚ ਸਮਾਈਏ। ਧੰਨਿਆ ਜਦੋਂ ਇਹ ਠਾਕੁਰ ਦਿਆਲ ਹੋ ਜਾਂਦਾ ਨਾ, ਇੰਨੇ ਵਾਰ ਹੁੰਦਾ ਨਾ ਦੁੱਖ, ਨਾ ਕੋਈ ਤਕਲੀਫ, ਨਾ ਜਮਾਂ ਦਾ ਡਰ, ਹਰ ਪ੍ਰਕਾਰ ਦਾ ਸੁੱਖ, ਤੇ ਅੰਤ ਨੂੰ ਮੁਕਤੀ। ਸੱਚ ਸਮਾਈਏ, ਸੱਚ ਵਿੱਚ ਸਮਾ ਜਾਣਾ। ਭਗਤ ਧੰਨਾ ਜੀ ਸੁਣ ਕੇ ਬੜੇ ਪ੍ਰਸੰਨ ਹੋਏ। ਮਨ ਵਿੱਚ ਖਿਆਲ ਆਇਆ, ਧੰਨਿਆ ਇਹਨਾਂ ਦੇ ਪਿੱਛੇ, ਫੰਡਰਾਂ ਦੇ ਪਿੱਛੇ ਤੁਰਿਆ ਫਿਰਦਾ, ਗਿੱਟੇ ਗੋਡੇ ਚਲਾਉਂਦਾ ਰਹਿੰਦਾ, ਬੰਜਰ ਜ਼ਮੀਨ, ਪੱਲੇ ਕੁਛ ਨਹੀਂ ਪੈਂਦਾ। ਉਹ ਧੰਨਿਆ ਤੂੰ ਠਾਕਰਾਂ ਦੀ ਪੂਜਾ ਹੀ ਕਰ ਲਾ, ਠਾਕਰਾਂ ਨੂੰ ਖੁਸ਼ ਕਰ ਲਾ। ਮਨ ਬਣ ਗਿਆ, ਮੈਂ ਠਾਕਰਾਂ ਦੀ ਪੂਜਾ ਕਰਾਂਗਾ। ਭਗਤ ਧੰਨਾ ਜੀ ਪੰਡਤ ਤਰਲੋਚਨ ਜੀ ਨੂੰ ਕਹਿਣ ਲੱਗੇ, ਪੰਡਤ ਜੀ ਕਿਰਪਾ ਕਰੋ, ਮੇਰੇ ਤੇ ਰਹਿਮ ਕਰੋ, ਇੱਕ ਠਾਕਰ ਮੈਨੂੰ ਦੇ ਦਿਓ। ਧੰਨਿਆ ਤੂੰ ਕੀ ਕਰੇਗਾ ਠਾਕਰ ਦਾ? ਕਹਿੰਦਾ ਮੈਂ ਵੀ ਠਾਕਰ ਦੀ ਪੂਜਾ ਕਰਾਂਗਾ, ਮੈਂ ਵੀ ਠਾਕਰ ਨੂੰ ਖੁਸ਼ ਕਰਾਂਗਾ, ਮੈਂ ਵੀ ਇਹਨੂੰ ਦਇਆ ਦੇ ਘਰ ਚ ਲਿਆਵਾਂਗਾ, ਦਿਆਲੂ ਕਰਾਂਗਾ। ਧੰਨਿਆ ਕੰਮ ਬੜਾ ਔਖਾ ਈ, ਇਹ ਨਹੀਂ ਤੇਰੇ ਵੱਸ ਦੀ ਗੱਲ, ਜੱਟਾਂ ਦੇ ਵੱਸ ਦੀ ਕੋਈ ਗੱਲ ਨਹੀਂ ਹੈ ਵੀ ਠਾਕਰ ਨੂੰ ਪ੍ਰਸੰਨ ਕਰ ਲੈ, ਇਹ ਤੇ ਪੰਡਤ ਹੀ ਕਰ ਸਕਦਾ। ਧੰਨਿਆ ਤੇਰੇ ਕੋਲੋਂ ਨਹੀਂ ਹੋਣਾ। ਤੇ ਧੰਨੇ ਨੇ ਬੜਾ ਲੰਬਾ ਸ਼ਬਦ ਸੁਣਾਇਆ, ਸੈਨ ਨਾਈ ਪੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਲਿਆ। ਇਹ ਬਿਦ ਸੁਣ ਕੇ ਜਾ ਟੜੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ, ਧੰਨਾ ਵਡਭਾਗਾ। ਜੇ ਸੈਨ ਨਾਈ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ? ਜੇ ਕਬੀਰ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ? ਉਹ ਜਲਾਹ ਹੈ। ਜੇ ਰਵਿਦਾਸ ਚਮਾਰ ਕਰ ਸਕਦਾ ਤੇ ਧੰਨਾ ਕਿਉਂ ਨਹੀਂ ਕਰ ਸਕਦਾ? ਤੂੰ ਮੈਨੂੰ ਠਾਕਰ ਦੇ। ਧੰਨਿਆ ਠਾਕਰ ਦੇਂਗਾ, ਮੈਂ ਤੈਨੂੰ ਦਿਆਂਗਾ। ਤੂੰ ਕੀ ਦੇਂਗਾ? ਤੂੰ ਕੀ ਦਾਨ ਕਰੇਗਾ? ਪੰਡਤ ਜੀ ਮੇਰਾ ਘਰ ਲੈ ਲਾ, ਘਾਟ ਲੈ ਲਾ, ਸਭ ਕੁਝ ਲੈ ਲਾ, ਮੇਰੀ ਜਾਨ ਤੱਕ ਲੈ ਲਾ, ਕੁਰਬਾਨ ਹੈ। ਐਵੇਂ ਨਹੀਂ ਆ ਬਰਕਤਾਂ ਆਉਂਦੀਆਂ। ਆਪ ਗਵਾਈਏ ਤਾਂ 100 ਪਾਈਏ, ਆਪਾਂ ਗਵਾਉਣਾ ਪੈਂਦਾ। ਤਾਂ ਨਾ ਕਹਿਣ ਲੱਗਾ ਸਭ ਕੁਝ ਕੁਰਬਾਨ ਹੈ, ਠਾਕਰ ਦੇ ਦੇ। ਹੁਣ ਪੰਡਤ ਤਰਲੋਚਨ ਕਹਿਣ ਲੱਗਾ ਫਿਰ ਇੱਕ ਤਾਜੀ ਸੂਈ ਹੋਈ ਲਵੇਰੀ ਗਊ ਦਾਨ ਕਰ, ਫਿਰ ਮਿਲੂਗਾ। ਐਨਾ ਅਨਾਜ, ਐਨਾ ਧਨ ਦੌਲਤ, ਸਭ ਕੁਝ ਧੰਨੇ ਨੇ ਦੇ ਦਿੱਤਾ। ਜਦੋਂ ਸਭ ਕੁਝ ਲਿਆ ਕੇ ਦਿੱਤਾ, ਹੁਣ ਪੰਡਤ ਜਿਹੜਾ ਇਹ ਟਾਲ ਮਟੋਲੇ ਕਰਦਾ ਵੀ ਜੱਟ ਨੇ ਤੇ ਸਭ ਕੁਝ ਦੇ ਦਿੱਤਾ ਮੈਨੂੰ, ਹੁਣ ਕੀ ਕਰਾਂ? ਹੁਣ ਟਾਲ ਮਟੋਲ ਕਰਦਾ। ਤੇ ਭਗਤ ਧੰਨਾ ਕਹਿੰਦਾ ਪੰਡਤ ਜੀ ਹੁਣ ਨਹੀਂ ਟਾਲ ਮਟੋਲ ਚੱਲਣੀ, ਹੁਣ ਮੈਨੂੰ ਠਾਕਰ ਦੇ, ਵਿਧੀ ਵੀ ਦੱਸ। ਤੇ ਹੁਣ
ਪੰਡਤ ਜੀ ਨੇ ਵੇਖਿਆ ਵੀ ਕੰਮ ਕਸੂਤਾ ਹੋ ਗਿਆ। ਜੱਟ ਦਾ ਤੇ ਅੰਨੇ ਵਾਲਾ ਜੱਫਾ ਹੁੰਦਾ, ਇਹਨੂੰ ਤੇ ਜੱਫਾ ਮਾਰਨਾ ਹੁੰਦਾ, ਖੋਲ੍ਹਣਾ ਤੇ ਆਉਂਦਾ ਨਹੀਂ, ਇਹਦੇ ਕੋਲ ਖਹਿੜਾ ਕਿਵੇਂ ਛਡਾਵਾਂ। ਉਹ ਜਿੱਥੇ ਖੂਹ ਦੇ ਉੱਤੇ ਉਹ ਇਸ਼ਨਾਨ ਪਾਣੀ ਕਰਦਾ ਸੀ ਨਾ, ਪਾਣੀ ਕੱਢਦਾ ਸੀ, ਉਹਨਾਂ ਸਮਿਆਂ ਦੇ ਵਿੱਚ ਇੰਨਾ ਪ੍ਰਬੰਧ ਨਹੀਂ ਸੀ ਵੀ ਸੀਮੈਂਟ ਪਲਸਤਰ ਕਰ ਲਓ ਤੇ ਫਰਸ਼ ਲਾ ਲਓ ਤੇ ਟਾਈਲਾਂ ਲਾ ਲਓ। ਉਹ ਮੋਟੇ ਮੋਟੇ ਪੱਥਰ ਇਕੱਠੇ ਕਰਕੇ ਬੰਦਾ ਉੱਤੇ ਨਹਾ ਲੈਂਦਾ ਸੀ, ਉੱਥੇ ਬੀਬੀਆਂ ਕੱਪੜੇ ਧੋ ਲੈਂਦੀਆਂ ਸੀ। ਉੱਥੋਂ ਇੱਕ ਮੋਟਾ ਜਿਹਾ ਪੱਥਰ ਚੁੱਕਿਆ ਤੇ ਕੱਪੜੇ 'ਚ ਵਲੇਟ ਕੇ ਭਗਤ ਧੰਨੇ ਨੂੰ ਦੇਤਾ, ਮਰਿਆਦਾ ਦੱਸਦੀ ਕਿ ਬਈ ਨਹਾ ਧੋ ਕੇ ਇਸ਼ਨਾਨ ਪਾਣੀ ਕਰਕੇ ਜਿੱਦਾਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੇ ਪਹਿਲੇ ਇਹਨੂੰ ਭੋਗ ਲਵਾਉਣਾ ਠਾਕਰ ਨੂੰ, ਪਹਿਲੇ ਠਾਕਰ ਨੂੰ ਖਵਾਉਣਾ, ਫਿਰ ਆਪ ਖਾਣਾ ਹੈ। ਹੁਣ ਧੰਨਾ ਜੀ ਚਾਈ ਠਾਕਰ ਨੂੰ ਘਰੇ ਲੈ ਆਇਆ, ਲਿਆ ਕੇ ਘਰੇ ਆਰੰਭ ਦਿੱਤੀ ਪੂਜਾ। ਇਸ਼ਨਾਨ ਪਾਣੀ ਕੀਤਾ, ਤੜਕੇ ਅੰਮ੍ਰਿਤ ਵੇਲੇ ਉੱਠਿਆ, ਜੋ ਰੁੱਖਾ ਮਿੱਠਾ ਭੋਜਨ ਸੀ ਤਿਆਰ ਕੀਤਾ ਤੇ ਠਾਕਰ ਜੀ ਦੇ ਅੱਗੇ ਰੱਖ ਦਿੱਤਾ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਦਿਲ ਸੱਚੇ ਤੇ ਸਦਾ ਸੁਹਾਗਨ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਭੋਲੇ ਭਾ ਮਿਲੇ ਰਬ ਰਾਇਆ। ਰੱਬ ਭੋਲੇ ਭਾ ਮਿਲਦਾ, ਚਤਰਾਈਆਂ ਨਾਲ ਨਹੀਂ ਮਿਲਦਾ। ਹੁਣ ਧੰਨੇ ਨੂੰ ਚਤਰਾਈਆਂ ਨਹੀਂ ਸੀ ਆਉਂਦੀਆਂ, ਜਿਸ ਤਰ੍ਹਾਂ ਪੰਡਤ ਕਰਦਾ। ਦੁੱਧ ਆਇਆ, ਇੱਕ ਚਮਚਾ ਭਰ ਕੇ ਮੂਰਤੀ ਦੇ ਮੂੰਹ ਨੂੰ ਲਾਇਆ, ਬਾਕੀ ਕਮਰੇ 'ਚ। ਜੇ ਮਠਿਆਈ ਆਈ, ਇੱਕ ਲੱਡੂ ਫੜ ਕੇ ਮੂਰਤੀ ਦੇ ਮੂੰਹ ਨੂੰ ਲਾਇਆ ਤੇ ਚੱਲ ਅੰਦਰ। ਇਹ ਚੀਜ਼ਾਂ ਤੇ ਪਤਾ ਨਹੀਂ ਸੀ ਧੰਨੇ ਨੂੰ। ਹੁਣ ਧੰਨਾ ਭਗਤ ਅੱਗੇ ਪ੍ਰਸ਼ਾਦਾ ਰੱਖ ਕੇ ਬੈਠ ਗਿਆ, ਬੇਨਤੀਆਂ ਕਰਦਾ, ਤਰਲੇ ਕਰਦਾ। ਸਵੇਰ ਤੋਂ ਸ਼ਾਮ ਹੋ ਗਈ ਹੈ, ਕੁਛ ਨਹੀਂ ਹੋਇਆ। ਹੁਣ ਤਾਨੇ ਵੀ ਮਾਰਨ ਲੱਗ ਪਿਆ, ਕਹਿਣ ਲੱਗਾ, ਭਾਈ ਐ ਠਾਕੁਰ ਜੀ, ਇਹ ਗਰੀਬ ਜੱਟ ਦਾ ਘਰ ਆ, ਇੱਥੇ ਤੈਨੂੰ ਖੀਰ ਪੂੜੇ ਹਲਵੇ ਮੰਡੇ ਨਹੀਂ ਮਿਲਣੇ। ਇੱਥੇ ਤੇ ਜੱਟ ਦੇ ਕੋਲ ਕੋਧਰੇ ਦੀ ਰੋਟੀ ਆ ਤੇ ਆ ਲੱਸੀ ਉਤੇ ਮੱਖਣੀ ਤੇ ਅਚਾਰ ਹੀ, ਇਹੀ ਖਾਣਾ, ਹੋਰ ਕੁਝ ਹੈ ਨਹੀਂ। ਐ ਠਾਕੁਰ ਜੀ, ਜੋ ਤੂੰ ਮੈਨੂੰ ਦਿੱਤਾ ਤੇਰਾ ਕੀਆ ਤੁਝੇ ਪਿਆਰ, ਤੇਰਾ ਦਿੱਤਾ ਹੀ ਤੈਨੂੰ ਦੇਣਾ ਨਾ, ਕਰ ਕਿਰਪਾ, ਛਕ ਭੋਜਨ। ਰਾਤ ਵੀ ਲੰਘ ਗਈ। ਹੁਣ ਧੰਨਾ ਕਹਿੰਦਾ, ਠੀਕ ਹੈ, ਫਿਰ ਜੇ ਤੂੰ ਜਿੱਦੀ ਆ ਤੇ ਮੈਂ ਵੀ ਜਿੱਦੀ। ਜੱਟ ਨਾਲੋਂ ਜ਼ਿਆਦਾ ਤੂੰ ਜਿੱਦੀ ਨਹੀਂ ਹੋ ਸਕਦਾ। ਜੇ ਤੂੰ ਨਹੀਂ ਮੇਰੇ ਘਰ ਦਾ ਭੋਜਨ ਖਾਣਾ ਤੇ ਮੈਂ ਵੀ ਨਹੀਂ ਖਾਣਾ, ਭੁੱਖਾ ਹੀ ਮਰੂੰਗਾ। ਉਹਦਾ ਸਿਦਕ, ਉਹਦਾ ਭਰੋਸਾ ਜਦੋਂ ਪਰਖਿਆ ਗਿਆ ਤੇ ਅਕਾਲ ਪੁਰਖ ਵਾਹਿਗੁਰੂ, ਉਹ ਸੱਚਾ ਸਤਿਗੁਰੂ ਪ੍ਰਗਟ ਹੋਇਆ। ਜਦੋਂ ਪ੍ਰਗਟ ਹੋਇਆ ਤੇ ਫਿਰ ਧੰਨੇ ਦੇ ਉੱਤੇ ਦਇਆ ਆ ਗਈ, ਦਿਆਲ ਹੋ ਗਿਆ ਸਤਿਗੁਰੂ। ਜਦੋਂ ਸਤਿਗੁਰੂ ਦਿਆਲ ਹੋ ਗਿਆ ਨਾ, ਕਹਿਣ ਲੱਗਾ ਵੀ ਧੰਨਿਆ, ਤੇਰੀ ਭਗਤੀ ਤੋਂ ਅਸੀਂ ਅਤੀ ਪ੍ਰਸੰਨ, ਤੂੰ ਮੰਗ ਕੀ ਮੰਗਦਾ। ਤੇ ਫਿਰ ਧੰਨੇ ਨੇ ਮੰਗਿਆ ਤੇ ਕਸਰ ਹੀ ਕੋਈ ਨਹੀਂ ਛੱਡੀ। ਧੰਨੇ ਨੇ ਮੰਗਿਆ, ਫਿਰ ਪਤਾ ਕੀ ਮੰਗਿਆ, ਜੱਟ ਬੋਲੀ 'ਚ ਸਭ ਕੁਝ ਮੰਗਿਆ। ਕਹਿੰਦਾ, ਗੋਪਾਲ ਤੇਰਾ ਆਰਤਾ। ਐ ਸੱਚੇ ਪਾਤਸ਼ਾਹ, ਪੰਡਤ ਆਰਤੀ ਕਰਦੇ ਆ, ਸਾਡਾ ਤੇ ਆਰਤਾ ਹੈ। ਗੋਪਾਲ ਤੇਰਾ ਆਰਤਾ। ਐ ਸੱਚੇ ਪਾਤਸ਼ਾਹ, ਮੈਂ ਸਾਧ ਸੰਗਤ ਵਿੱਚ ਗਿਆ, ਸਤ ਸੰਗਤ ਦੇ ਵਿੱਚੋਂ ਇਹ ਸੋਝੀ ਮਿਲੀ, ਇਹ ਸੁਣਿਆ ਕਿ ਜੋ ਜਨ ਤੁਮਨੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਜਿਹੜੇ ਤੇਰੀ ਭਗਤੀ ਕਰਦੇ ਆ, ਤੂੰ ਉਹਨਾਂ ਦੇ ਸਾਰੇ ਕਾਜ ਸਵਾਰ ਦੇਣਾ। ਇਹ ਗੱਲ ਸਹੀ ਆ। ਰੱਬ ਜੀ ਕਹਿਣ ਲੱਗੇ, ਸਤਿਗੁਰੂ ਜੀ ਕਹਿਣ ਲੱਗੇ, ਧੰਨਿਆ ਬਿਲਕੁਲ ਸਹੀ ਆ। ਜਿਹੜਾ ਮੇਰਾ ਹੋ ਜਾਂਦਾ ਮੈਂ ਉਹਦਾ ਹੋ ਜਾਂਦਾ। ਫਰੀਦਾ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ
जे तू मेरा होए रहे सब जग तेरा होए। जे तू मेरा हो जाए, रब जी कहते आ, कहते जे तू मेरा हो जाए ना तो सारा जग तेरा हो जाए। जो हर का प्यारा सो सबना का प्यारा। धन्या तू सही सुनिया है, जेड़ा मेरी भगती करता मैं वो सारे कारज सवारदा। फिर मेरे भी सवार दे मालका, तन्या दस तेरे कारज की आ, तेरे भी सवार देने। सुने हुण धन्ने दे कारज की सी, जो जन तुमरी भगत करन ते तिनके काज सवारता। ते सुन फिर मेरे कारज, मेरे भी कारज सवार सच्चे पातशाह। की कारज है तेरे? दाल सीधा मांगू घियो, हमरा खुशी करे नित जियो। दाल आटा घ्यो ये चाहिदा, मेरा भी जी करदा मैं कनक दी रोटी खावां, सब्जी भाजी दे नाल खावां। मेरा भी जी करदा सच्चे पातशाह मैं घ्यो नाल चूरियां कुट कुट के खावां। हमरा खुशी करे नित जियो, पन्नियां छागन नीका, अनाज मांगू सत सींका। इत्थे कई कथावाचक अर्थ कर देंदे ने। सत प्रकार का अनाज, सत प्रकार का नहीं। जट सी उन्होंने पता सी, किसान सी, खेती करता सी भी जेड़ा एक बारी आप जमीन वाहुने ना तो उन्होंने कह देंगे एक सी लाती, दो बारी वाही तो कहते दो सीयां लातियां। तो कहता मैनू वो अनाज चाहिए जिहड़ा 7 वारी वाह के बीजिया हो, जमीन नू मलाई वर्गी बना के बीजिया हो। अनाज मांगू सत सी का, बड़ा ताकतवर होंदा अनाज जिहड़ा, इन्नी जमीन पोली करके बीजिया हो। गऊ भैंस मांगू लवेरी, आ फंडरां दे पिछे तुरिया फिरदा। मेरे कारज सवार, मैनू गावां मझां लवेरियां चाहिदियां, फंडरां नहीं चाहिदियां। गऊ भैंस मांगू लवेरी, एक ताजन तुरी चंगेड़ी, तुरी कहते ने घोड़ी नूं। एक चंगी वधिया घोड़ी चाहिए जिहदे उत्ते चढ़ के मैं खेतां नूं गेड़े लाया करा। हुण घर भी दे, बैलां दीयां जोड़ियां, जमीन जायदाद, खूह होने चाहिए मेरे, मझां गावां लवेरियां होनियां चाहिए। तो फिर वो लवेरियां दीयां धारां कड्ढनियां, दुध रिड़कने आ, घर संभालना, उहदे वास्ते एक घर की गीहन चंगी, एक घर वाली चाहिए है, पत्नी चाहिए जिहड़ी चंगे घर की होवे। घर की गीहन चंगी, लड़ाकी नहीं चाहिए, चंगे खानदान की होवे, मैनू वो चाहिए। घर की गीहन चंगी, जन धन्ना लेवे मंगी। तो फिर हिस्टरी गवाए भगत धन्ना जी दे कारज सवारे, आप कारज करदा। महाराज सच्चे पातशाह कहते संतां के कारज आप खलोवा, हर काम करा बनाया रहा। इत्थे संत किते चोले वाले बाबे ना समझ लो मेरे वर्गे। संतां बहुवचन साध संगत दे, साध संगत नाल ही संत हुंदा। जिहदे कोल संगत ही नहीं हैगी डेरे ते जाण वाली, वो किधर दा संत। इस करके महाराज ने साध संगत की गल की है। वो कारज करदा सारे। इसलिए महाराज सच्चे पातशाह जी ने समझाया ना, नानक नदरी करमी दात, ओदी रहमत ते नज़रां थले आउण वास्ते कर्म इदां दे कर भी रब दी नज़र तेरे ते होवे। नज़र ते रब दी तेरे ते है ही है, क्योंकि ओदी नज़र तो बगैर ते कोई है ही नहीं, सब ते ओदी नज़र है। पर तू इदां दे कर्म कर बंदिया, तेरे ते ओदी रहमत ते नज़र होवे। असीं ओदी रहमत दे पात्र बनना, रब जी दी ओदी रहमत ते नज़र साडे ते। नानक नदरी करमी दात। अगे कहते ने
ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਬਹੁਤ ਵੱਡਾ, ਪਰ ਤਮਾ ਉਹਨੂੰ ਤਿਲ ਜਿੰਨੀ ਨਹੀਂ ਆ। ਅਤੇ ਦੇਵੀ ਦਾ ਬੱਕਰਾ ਸੁੱਖ ਲਿਆ ਜੀ, ਨਹੀਂ ਦਿੱਤਾ ਤੇ ਘਰ ਦੇ ਤਪਲੇ ਮੂੰਹਦੇ, ਕਾਰੋਬਾਰ ਮੂੰਹਦਾ। ਚੱਲ ਸਿਆਣਿਆ ਬਈ ਤੂੰ ਬੱਕਰਾ ਸੁੱਖਿਆ ਸੀ ਦੇਵੀ ਦਾ, ਹਾਂ ਉਹਦੀ ਕਸਰ ਆ। ਦੇਵੀ ਨਾਰਾਜ਼ ਆ, ਨਾਲੇ ਮਾਂ ਆ ਤੇ ਨਾਲੇ ਨਾਰਾਜ਼ ਹੋ ਗਈ। ਭਲੇ ਉਹ ਮਾਂ ਦੀਆਂ ਤੇ ਸਾਖੀਆਂ ਹੀ ਇਹੋ ਜਿਹੀਆਂ ਆਉਂਦੀਆਂ ਵੀ ਮਾਂ ਦਾ ਦਿਲ ਕੱਢ ਕੇ ਤੇ ਥਾਲੀ 'ਚ ਰੱਖ ਕੇ ਆਪਦੀ ਪਤਨੀ ਨੂੰ ਪਰੋਸਣ ਵਾਸਤੇ ਭੱਜਾ ਜਾਂਦਾ, ਠੇਡਾ ਵੱਜ ਕੇ ਡਿੱਗ ਪਿਆ ਤੇ ਥਾਲੀ 'ਚੋਂ ਉਹ ਦੂਰ ਜਾ ਕੇ ਦਿਲ ਡਿੱਗਾ ਤੇ ਦਿਲ ਵਿੱਚੋਂ ਆਵਾਜ਼ ਪਤਾ ਕੀ ਆਈ? ਪੁੱਤ ਸਦਕੇ ਮਾਂ ਵਾਰੀ, ਕਿਤੇ ਸੱਟ ਤੇ ਨਹੀਂ ਲੱਗ ਗਈ, ਚੋਟ ਤੇ ਨਹੀਂ ਲੱਗ ਗਈ। ਇਹਨੂੰ ਕਹਿੰਦੇ ਆ ਮਾਂ। ਤੇ ਜਿਹਦਾ ਬੱਕਰਾ ਨਹੀਂ ਦਿੱਤਾ ਗਿਆ ਤੇ ਦਿਵਾਲੇ ਹੋ ਗਈ, ਉਹ ਕਾਹਦੀ ਮਾਂ? ਫਿਰ ਪੀਰ ਦਾ ਬੱਕਰਾ ਸੁੱਕਿਆ ਸੀ, ਦਿੱਤਾ ਨਹੀਂ ਗਿਆ। ਪੀਰ ਨੇ ਸਭ ਕੁਝ ਜੋੜ ਕੇ ਰੱਖਤਾ। ਗੋਲੀ ਮਾਰੋ ਇਹੋ ਜਿਹੇ ਪੀਰ ਨੂੰ, ਦਫਾ ਕਰੋ ਇਹੋ ਜਿਹਾ ਨੂੰ। ਸਤਿਗੁਰੂ ਦੇ ਦਰ ਤੇ ਆਓ ਜਿਹੜਾ ਸਦਾ ਹੀ ਦਿਆਲ ਹੈ, ਸਦਾ ਹੀ ਦਿਆਲ ਹੈ। ਇਹ ਦਾਸ ਦੀ 50 ਸਾਲ ਦੀ ਉਮਰ ਆ ਤੇ 40 ਸਾਲ ਦਾ ਪ੍ਰੈਕਟੀਕਲ ਤਜਰਬਾ ਹੈ ਇਸ ਲਾਈਨ ਵਿੱਚ ਆ। ਕਈ ਵਾਰੀ ਨਾ ਕਿਸੇ ਦੇ ਘਰੇ ਖੰਡ ਪਾਠ ਰੱਖੀਦਾ ਸੀ, ਤੇ ਜਦੋਂ ਖੰਡ ਪਾਠ ਰੱਖੀਦਾ ਸੀ ਤੇ ਉਹ ਖੰਡ ਪਾਠ ਹੁੰਦਾ ਸੀ ਵਿਆਹ ਦਾ। ਬਾਬਾ ਜੀ ਬੱਚੇ ਦਾ ਵਿਆਹ ਹੈ, ਖੰਡ ਪਾਠ ਰੱਖਣਾ, ਰੱਖਾਂਗੇ ਜੀ। ਤੇ ਜਦੋਂ ਆਰੰਭ ਕਰਨਾ ਨਾ ਤੇ ਅਰਦਾਸ ਕਰਨੀ ਤੇ ਘਰ ਦੀਆਂ ਜਿਹੜੀਆਂ ਮੁਖੀ ਬੀਬੀਆਂ ਨੇ ਬਾਬੇ ਕੋਲ ਆ ਕੇ ਕਹਿਣਾ, ਬਾਬਾ ਜੀ ਸਾਡੇ ਘਰੇ ਔਲਾਦ ਨਹੀਂ ਸੀ ਹੁੰਦੀ, ਸਾਡੇ ਘਰੇ ਔਲਾਦ ਨਹੀਂ ਸੀ ਹੁੰਦੀ ਤੇ ਉਦੋਂ ਅਸੀਂ ਖੰਡ ਪਾਠ ਸੁੱਖਿਆ ਸੀ। ਆ ਜਿਹੜੇ ਬੱਚੇ ਦਾ ਵਿਆਹ ਹੈ ਨਾ, ਇਹਦੇ ਜਨਮ ਦਾ ਸੁੱਖਿਆ ਸੀ ਵੀ ਸਾਡੇ ਘਰੇ ਪੁੱਤਰ ਹੋਵੇ ਤੇ ਖੰਡ ਪਾਠ ਕਰਾਵਾਂਗੇ। ਕੀ ਕਰੀਏ ਬਾਬਾ ਜੀ, ਟਾਈਮ ਹੀ ਨਹੀਂ ਲੱਗਾ, ਹਿਸਾਬ ਕਿਤਾਬ ਜਿਹਾ ਹੀ ਨਹੀਂ ਕੁਛ ਆਇਆ। ਤੇ ਹੁਣ ਇਹ ਸੁੱਖ ਨਾਲ 25 ਸਾਲ ਦਾ ਹੋ ਗਿਆ। ਇਹਦਾ ਵਿਆਹ ਰੱਖਿਆ, ਸੋਚਿਆ ਚੱਲ ਨਾਲੇ ਵਿਆਹ ਦਾ ਖੰਡ ਪਾਠ ਹੋ ਜੂ ਨਾਲੇ ਸੁੱਖ ਨਾਲ ਲੈ ਜੂ। 25 ਸਾਲ ਹੋ ਗਏ ਨੇ। ਪਹਿਲਾਂ ਸੁੱਖਿਆ ਸੀ, ਉਹ ਬੱਚਾ ਪੜ੍ਹ ਲਿਖ ਕੇ ਨੌਕਰੀ ਲੱਗ ਗਿਆ, ਵੱਡਾ ਹੋ ਗਿਆ, ਆਪਣਾ ਕਾਰੋਬਾਰ ਕਰਨ ਲੱਗ ਗਿਆ। ਬਾਬੇ ਨੇ ਜੇ ਉਹਦਾ ਤਪਲੇ ਮੂੰਹ ਤੇ ਮਾਰੇ ਹੁੰਦੇ ਤੇ ਪਲਦਾ ਮਰ ਗਿਆ ਜੀ। ਆ ਮੈਂ ਨਾ ਇੱਕ ਗਿਆ, ਉੱਥੇ ਸਾਡੇ ਰਿਸ਼ਤੇਦਾਰ ਸੀ, ਉਹਨਾਂ ਨੇ ਪੀਰ ਦਾ ਜਗਰਾਤਾ ਕਰਾਇਆ। ਜਦੋਂ ਉਹਦੇ ਵਿੱਚ 11ਵੀਂ ਵਾਲਾ ਪੀਰ ਜਿਹੜਾ ਉਹਦੀ ਕਥਾ ਸੁਣਾਉਣ ਲੱਗੇ ਭਗਤ, ਕਹਿੰਦੇ ਉਹਨੇ ਧਿਆਨੀ ਪਤਾ ਨਹੀਂ ਕੀ ਮਾਈ ਦਾ ਨਾਂ ਲਿਆ, ਉਹਨੇ 11 ਦੇਗਾਂ ਸੁੱਖੀਆਂ ਸੀ ਵੀ ਮੇਰੇ ਘਰੇ ਪੁੱਤਰ ਹੋਵੇ ਤੇ ਮੈਂ 11 ਦੇਗਾਂ ਚੜਾਵਾਂਗੀ। ਉਹ ਪੁੱਤਰ ਹੋ ਗਿਆ, ਮਾਈ ਭੁੱਲ ਗਈ, ਕੋਈ ਵੀ ਦੇਗ ਨਹੀਂ ਦਿੱਤੀ। ਉਹ ਭਗਤ ਜੀ ਕਥਾ ਸੁਣਾ ਰਹੇ ਸੀ, ਕਹਿੰਦੇ ਪੁੱਤਰ ਜਵਾਨ ਹੋ ਗਿਆ, ਮਾਈ ਨੂੰ ਕੋਈ ਚੇਤਾ ਨਹੀਂ। ਹੁਣ ਵਿਆਹ ਦਾ ਬੱਕਰਾ ਦੇਣਾ, 11ਵੀਂ ਵਾਲਾ ਘਰ ਵਿੱਚ ਕੋਈ ਵੀ ਖੁਸ਼ੀ ਆਵੇ ਤੇ ਬੱਕਰਾ ਲੈਂਦਾ, ਜੇ ਤੁਸੀਂ ਉਹਦੇ ਭਗਤ ਹੋ ਤੇ ਦੇਣਾ ਪਏਗਾ। ਹੁਣ ਵਿਆਹ ਹੋਣਾ ਤੇ ਬੱਕਰਾ ਵਿਆਹ ਦਾ ਵੀ ਨਹੀਂ ਦਿੱਤਾ ਤੇ ਬਰਾਤ ਚੜ ਗਈ ਹੈ ਵਿਆਹਣ ਵਾਸਤੇ ਤੇ ਦਰਿਆਓਂ ਪਾਰ ਜਾਣਾ ਹੈ। ਬੇੜੀ ਵਿੱਚ ਬਰਾਤ ਬੈਠੀ ਆ ਤੇ 11ਵੀਂ ਵਾਲੇ ਨੇ ਦਰਿਆ ਦੇ ਵਿਚਾਲੇ ਜਾ ਕੇ ਉਹ ਬੇੜਾ ਡੋਬ ਦਿੱਤਾ। ਦਫਾ ਹੋਏ ਇਹੋ ਜਿਹੇ, ਲਾਹਨਤ ਇਹੋ ਜਿਹੇ 11ਵੀਂ ਵਾਲੇ ਨੇ ਆਪਣੇ ਰੱਬ ਤੇ ਗੁਰੂ ਪੀਰ ਤੇ ਬੇੜੇ ਡੁੱਬਿਆਂ ਦੇ ਤਾਰਦਾ ਹੁੰਦਾ, ਉਹਨੇ ਡੋਬ ਦਿੱਤਾ। ਕਿਉਂ ਡੋਬਤਾ? ਮੇਰੀਆਂ ਦੇਗਾਂ ਨਹੀਂ ਦਿੱਤੀਆਂ, ਭੁੱਖਾ ਦੇਗਾਂ ਦਾ ਅਗਲੇ ਦਾ ਘਰ ਬਰਬਾਦ ਕਰਤਾ, ਨਹੀਂ ਦਿੱਤੀਆਂ ਗਈਆਂ ਤੇ ਇੰਨਾ ਕਹਿ ਤੇ ਫਿਰ ਬੰਦਾ ਕਿੱਥੋਂ ਬਰਦਾਸ਼ਤ ਕਰੂਗਾ? ਉਹਦਾ ਬਰਾਤ ਸਣੇ, ਚਲੋ ਉਹ ਮਾਈ ਨੇ ਦੇਗਾਂ ਨਹੀਂ ਦਿੱਤੀਆਂ, ਉਹਦੇ ਪੁੱਤ ਨੂੰ ਡੋਬ ਦਿੰਦਾ। ਉਹ ਜਿਹੜੇ ਵਿਚਾਰੇ ਬਰਾਤੀ ਗਏ ਸੀ ਉਹਨਾਂ ਦਾ ਕੀ ਕਸੂਰ ਸੀ? ਉਹ ਵੀ ਡੋਬ ਦਿੱਤੇ, ਸਾਰਾ ਬੇੜਾ ਹੀ ਡੋਬ ਦਿੱਤਾ। ਉਹ ਕਹਿੰਦੇ ਫਿਰ ਰੋਂਦੀ ਰਹੀ, 12 ਸਾਲ ਰੋਂਦੀ ਰਹੀ। ਇੱਕ ਪੀਰ ਕੋਲ ਗਈ, ਉਹਨੂੰ ਜਾ ਕੇ ਦੱਸਿਆ। 12 ਸਾਲ ਬਾਅਦ ਉਹਨੇ ਆਖਿਆ ਉਹਦੀਆਂ 11ਵੀਂ ਵਾਲੇ ਦੀਆਂ ਤੂੰ ਦੇਗਾਂ ਨਹੀਂ ਦਿੱਤੀਆਂ ਸੀ ਤੇ ਉਹਨੇ ਡੋਬ ਦਿੱਤਾ। ਉਹਦੀਆਂ ਦੇਗਾਂ ਦੇ ਤੇ ਤਰ ਜੂਗਾ।
ਉਹਨਾਂ ਨੂੰ ਮੱਛੀਆਂ ਖਾ ਗਈਆਂ, ਹੱਡੀਆਂ ਖੁਰ ਗਈਆਂ, ਰੁੜ ਗਈਆਂ ਕਿੱਧਰ ਦੀਆਂ ਕਿੱਧਰ। ਮਾਈ ਨੇ ਆਖੇ 11 ਦੇਗਾਂ ਦਿੱਤੀਆਂ ਤੇ ਉਹ ਬੇੜਾ ਤਰ ਗਿਆ। ਜਿਹੜਾ ਤਰ ਗਿਆ ਹੈ ਨਾ ਉਹ ਝੂਠ ਆ, ਜਿਹੜਾ ਡੁੱਬ ਗਿਆ ਨਾ ਉਹ ਸੱਚ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੀਣਾ ਝੂਠ, ਮਰਨਾ ਸੱਚ। ਹੁਣ ਇਹ ਖਬਰ ਆ ਜਾਵੇ ਮੈਨੂੰ ਇਹ ਬਾਬਾ ਤੇਰੀ ਮਾਂ ਮਰ ਗਈ, ਫਟਾਫਟ ਆ ਜਾ, ਸੱਚ ਮੰਨਿਆ ਜਾਊਗਾ ਨਾ। ਬਜ਼ੁਰਗ ਮਰ ਗਈ, ਪਰ ਮੇਰੇ ਪਿਓ ਨੂੰ ਮਰੇ ਨੂੰ 2009 ਚ ਮਰਿਆ ਸੀਗਾ, 21 ਚੱਲਦਾ ਪਿਆ, ਮਤਲਬ 12 ਸਾਲ ਹੋ ਗਏ ਨਾ। ਤੇ ਜੇ ਕੋਈ ਮੈਨੂੰ ਇਹ ਆ ਕੇ ਕਵੇ ਵੀ ਮਨਦੀਪ ਸਿੰਘ ਤੇਰਾ ਪਿਤਾ ਜਿੰਦਾ ਹੋ ਗਿਆ, ਮੰਨਣ ਚਾਹੂ? ਨਹੀਂ ਆਉਂਦਾ। ਮਰਨਾ ਸੱਚ ਹੈ। ਇਹ ਗੁਰੂ ਦੇ ਪਿਆਰਿਆ, ਇਹ ਜਿਹੜਾ ਗੁਰੂ ਹੈ ਨਾ, ਇਹ ਰਹਿਮਤਾਂ ਦਾ ਸਾਗਰ ਹੈ। ਇਹਦੇ ਸਹਿਜ ਪਾਠ ਸੁੱਖ ਲੈ ਕੋਈ ਪਰਵਾਹ ਨਹੀਂ। ਮੈਂ ਖੁਦ ਵੇਖਿਆ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ। ਮਾਈਆਂ ਨੂੰ ਬੱਚਾ ਚਾਹੀਦਾ, ਗੁਰਦੁਆਰੇ ਆ ਕੇ ਝਾੜੂ ਲਾਉਣਗੀਆਂ, ਨਿਸ਼ਾਨ ਸਾਹਿਬ ਦੀ ਸੇਵਾ ਕਰਨਗੀਆਂ, ਦੇਗਾਂ ਦੀਆਂ ਰਸਤਾਂ ਲਿਆ ਕੇ ਲੰਗਰਾਂ 'ਚ ਸੇਵਾ ਕਰਨਗੀਆਂ। ਸਤਿਗੁਰੂ ਦੇ ਹਾਲ ਕਿਰਪਾ ਕਰ ਦਿੱਤੀ, ਉਸਨੇ ਪੁੱਤਰ ਹੋ ਗਿਆ। ਹੁਣ ਪੁੱਤਰ ਹੋ ਗਿਆ, ਹੁਣ ਪੁੱਤਰ 'ਚ ਰੁੱਝ ਗਈ ਆ, ਹੁਣ ਪੁੱਤਰ ਵਿੱਚ ਰੁੱਝ ਗਈ ਆ। ਹੁਣ ਗੁਰਦੁਆਰੇ ਮੱਥਾ ਟੇਕਣ ਦਾ ਵੀ ਟਾਈਮ ਨਹੀਂ ਲੱਗਦਾ। ਤੇ ਕੀ ਗੁਰੂ ਦਾ ਪੁੱਤਰ ਮਾਰ ਦਿੰਦਾ? ਫਿਰ ਕਾਹਦਾ ਗੁਰੂ ਆ? ਇਸ ਕਰਕੇ ਨਾਨਕ ਨਦਰੀ ਕਰਮੀ ਦਾਤ, ਉਸ ਪਰਮਾਤਮਾ ਦੀ ਰਹਿਮਤ ਤੇ ਨਜ਼ਰ ਦਾ ਪਾਤਰ ਬਣ ਬੰਦਿਆ। ਉਹਦੇ ਵਰਗਾ ਦਿਆਲੂ ਤੇ ਉਹਦੇ ਵਰਗਾ ਕਿਰਪਾਲੂ ਹੋਰ ਨਹੀਂ ਹੋ ਕੋਈ। ਇਸੇ ਕਰਕੇ ਉਹਨੂੰ ਕਹਿੰਦੇ ਨੇ ਕਿਰਪਾਲੂ, ਕਿਰਪਾ ਕਰਦਾ ਹੈ। ਇਸੇ ਕਰਕੇ ਉਹਨੂੰ ਕਹਿੰਦੇ ਨੇ ਦਿਆਲੂ, ਦਇਆ ਕਰਦਾ ਹੈ। ਇਸੇ ਕਰਕੇ ਉਹਨੂੰ ਕਹਿੰਦੇ ਨੇ ਮਿਹਰਬਾਨ, ਉਹ ਮਿਹਰਾ ਕਰਦਾ ਹੈ। ਇਸੇ ਕਰਕੇ ਉਹਨੂੰ ਕਹਿੰਦੇ ਬਖਸ਼ਿੰਦ ਪਿਤਾ, ਬਖਸ਼ ਦਿੰਦਾ ਹੈ। ਕਿਹੋ ਜਿਹਾ ਹੈ ਰੱਬ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰੀ ਆ ਕੇ ਤੂੰ ਮੱਥਾ ਤੇ ਟੇਕ, ਡਿੱਗ ਤੇ ਸਹੀ ਉਹਦੇ ਪੈਰਾਂ 'ਚ, ਉਹ ਤੈਨੂੰ ਚੁੱਕ ਕੇ ਨਾ ਤੇ ਗੱਲ ਨਾ ਲਾ ਲੇਗਾ। ਤੇ ਗੱਲ ਨਾਲ ਲਾਉਂਦਿਆਂ ਹੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੰਠ ਲਾਏ ਅਵਗਣ ਸਭ ਮੇਟੇ। ਕੰਠ ਲਾਉਂਦਿਆਂ ਸਾਰੇ ਗੁਨਾਹ ਮਾਫ ਕਰ ਦਿੰਦਾ। ਕੰਠ ਲਾਏ ਅਵਗਣ ਸਭ ਮੇਟੇ, ਦਿਆਲ ਪੁਰਖ ਬਖਸ਼ਿੰਦ। ਉਸ ਬਖਸ਼ਿੰਦ ਦੀ ਸ਼ਰਨ ਵਿੱਚ ਆ। ਉਹ ਸਦਾ ਦਿਆਲ, ਸਦਾ ਮਿਹਰਬਾਨ, ਉਹ ਸਦਾ ਹੀ ਮਿੱਠ ਬੋਲਦਾ, ਕਦੀ ਕੌੜਾ ਨਹੀਂ ਬੋਲਦਾ। ਗੁਰੂ ਜੰਗ ਵਿੱਚ ਦੁਸ਼ਮਣ ਦੇ ਨਾਲ ਜਦੋਂ ਲੜਦਾ ਏ, ਉਹਦੇ ਵਾਰ ਖਾਲੀ ਜਾ ਚਲੇ ਜਾਂਦੇ ਨੇ। ਤੇ ਕਦੀ ਇਹ ਨਹੀਂ ਕਹਿੰਦਾ ਤੇਰੀ ਮਾਂ ਮੈਂ ਤੈਨੂੰ ਮੈਂ ਕਰ ਦੂੰ। ਬੜੇ ਪਿਆਰ ਨਾਲ ਕਹਿੰਦਾ, ਉਹ ਗੁਰੂ ਪਿਆਰਿਆ ਤੇਰਾ ਨਾਮ ਬੜਾ ਸੁਣਿਆ ਸੀ, ਤੈਨੂੰ ਤੇ ਤੀਰ ਚਲਾਉਣਾ ਹੀ ਨਹੀਂ ਆਉਂਦਾ, ਆ ਤੈਨੂੰ ਸਿਖਾਈਏ ਕਿੱਦਾਂ ਤੀਰ ਚਲਾਈਦਾ। ਉਹਨੂੰ ਵਾਰ ਕਰਨ ਲੱਗਿਆ ਨਾ ਸਮਝ ਆਉਂਦਾ, ਆ ਤੈਨੂੰ ਦੱਸਾਂ ਤੀਰ ਕਿੱਦਾਂ ਚਲਾਈਦਾ, ਆ ਸਿਖਾਵਾਂ ਤੈਨੂੰ, ਕਿਉਂਕਿ ਗੁਰੂ ਹੈ ਨਾ, ਸਿੱਖਿਆ ਦੇਣੀ ਹੈ। ਆ ਤੈਨੂੰ ਸਿਖਾਵਾਂ ਕਿੱਦਾਂ ਤੀਰ ਚਲਾਈਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਿਉਂ ਨਹੀਂ ਬੋਲਦਾ ਕੌੜਾ? ਮਹਾਰਾਜ ਕਹਿੰਦੇ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਤਾਏ। ਇਹ ਉਹਦੀ ਨਿਸ਼ਾਨੀ ਆ। ਉਹਨੂੰ ਕੌੜਾ ਨਹੀਂ ਬੋਲਣਾ ਹੁੰਦਾ, ਉਹ ਔਗਣਾਂ ਨੂੰ ਨਹੀਂ ਚਤਾਰਦਾ, ਜਦੋਂ ਗੱਲ ਨਾ ਲਾਉਂਦਾ ਸਭ ਕੁਝ ਮਾਫ ਕਰ ਦਿੰਦਾ। ਆਪਾਂ ਉਹਦੇ ਪੁੱਤਰ ਆ, ਬਾਕੀ ਉਹਦੇ ਸਿੱਖ ਆ, ਤੁਸੀਂ ਉਹਦੇ ਪੁੱਤਰ ਜੇ। ਤੇ ਸਭ ਤੋਂ ਜ਼ਿਆਦਾ ਨਿਰਾਸ਼ਾ ਅੱਜ ਉਹਨੂੰ ਪੁੱਤਰਾਂ ਤੋਂ ਹੋ ਰਹੀ ਆ। ਆਪਾਂ ਗੁਰੂ ਦੇ ਲੜ ਜੁੜੀਏ, ਗੁਰੂ ਦੇ ਲੜ ਲੱਗੀਏ, ਚਰਨਾਂ ਨਾਲ ਜੁੜੀਏ, ਗੁਰਸਿੱਖ ਬਣੀਏ ਤੇ ਉਹਦੇ ਪੁੱਤਰ ਹੋਣ ਦਾ ਮਾਣ ਮਿਲਿਆ ਹੈ ਤੇ ਉਸ ਮਾਣ ਨੂੰ ਬਰਕਰਾਰ ਰੱਖੀਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਾਣੀ ਪਿਤਾ ਮਾਤਾ ਤਤ ਮਹਾ ਦੂਸਰਾ ਦੁਦਾਈ ਦਇਆ।